फायरिंग हो रही थी ना पता लगन डया कि गोलियां वजनियां कि ग्रुप आपस में लड़ाई हुई हो। एक गली के इस कॉर्नर पे था, एक गली के उस कॉर्नर पे था। दोनों आपस में क्रॉस फायरिंग करना शुरू हो गए हैं। बेचारे उत्थे पानी भरन जाते हैं, करबला बना लेंगे, यजीद बन के फायरिंग करते हैं आपस में। अस्सलाम वालेकुम नाज़रीन, मैं हूं एडी मलिक और इस वक्त थाना शादरा के इलाका लाजपत रोड पर मौजूद हूं। कुछ रोज़ पहले इसी जगह से एक शहरी पानी भरने के लिए मस्जिद के पास जाता है और वहाँ पर दो ग्रुप जो आपस में सीधी गोलियां बरसा रहे थे और उन्हीं गोलियों की जद में आकर मुनीर उर्फ पप्पू नामी जो शख्स था वो जाँ बहक हो गया और इनके साथ साथ कुछ और लोग भी फायरिंग की जद में आकर ज़ख्मी हुए। अब उनके बारे में भी बताया जा रहा है कि उनमें से भी कुछ लोग जो हैं वो जाँ बहक हो चुके हैं। ये वाक़या कैसे हुआ, पप्पू पानी लेने के लिए वहाँ पर गया तो आगे क्या कुछ हो रहा था और ये जो दो ग्रुप आपस में फायरिंग कर रहे थे ये ग्रुप कौन है। पप्पू के बारे में जब हम इस पार्किंग स्टैंड में आए तो हमें पता चला कि वो कई सालों से इसी जगह पर रहता था और यहीं उसका रहन सहन था, यही उसका घर था। उनके भाइयों जैसे भाई हमारे साथ मौजूद हैं, इनसे बात करते हैं कि ये कैसे वाक़या हुआ और इनको कैसे इतला मिली। अस्सलाम वालेकुम जी। वालेकुम सलाम। की नाम जी भाई तुहाडा? मेरा नाम है खलील अहमद। खलील साहब, ਇਹ ਪੱਪੂ ਕਿੰਨੇ ਅਰਸੇ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਤੇ ਉਸ ਦਿਨ ਕੀ ਹੋਇਆ ਸੀ ਜਿਸ ਦਿਨ ਉਹ ਪੱਪੂ ਤੇ ਫਾਇਰ ਵੱਜੇ? ਪੱਪੂ ਬੜੇ ਅਰਸੇ ਤੋਂ ਮੇਰੇ ਕੋਲ ਹੀ ਹੈ, ਨਿੱਕੇ ਹੁੰਦਾ ਹੀ ਸਾਡੇ ਕੋਲ ਹੀ ਹੈ। ਉਹ ਨਿੱਕੇ ਹੁੰਦਾ ਹੀ ਸਾਡੇ ਕੋਲ ਹੀ ਹੈ ਤੇ ਉਹ ਜਨਾਬ ਸੀ ਉਤੋਂ ਪਾਣੀ ਭਰਨ ਗਿਆ ਤੇ ਉਹਨੂੰ ਜਨਾਬ ਪਾਣੀ ਭਰਨ ਗਿਆ ਤੇ ਉੱਥੇ ਅਜੇ ਟੂਟੀ ਕੋਲ ਜਾ ਕੇ ਅਜੇ ਖੜੇ ਹੀ ਹੋਏ ਨੇ। ਅਜੇ ਪਾਣੀ ਉਹ ਮਸਲਨ ਫਿਲਟਰ ਦੇ ਕੋਲ ਲੈ ਕੇ ਡਰਾਈਵਰ ਥੱਲੇ ਉਤਰਿਆ ਪਾਣੀ ਭਰਨ ਵਾਸਤੇ ਤੇ ਪੱਪੂ ਤਾਂ ਅਜੇ ਰਕਸ਼ੇ 'ਚ ਹੀ ਬੈਠਾ ਹੋਇਆ ਸੀ। ਪੱਪੂ ਅਜੇ ਰਕਸ਼ੇ 'ਚ ਹੀ ਬੈਠਾ ਹੋਇਆ ਸੀ। ਰਿਕਸ਼ੇ 'ਚ ਉਤਰਿਆ ਹੀ ਨਹੀਂ? ਨਹੀਂ ਉਤਰਿਆ ਨਹੀਂ, ਉਹ ਰਕਸ਼ੇ 'ਚ ਹੀ ਬੈਠਾ ਸੀ। ਉਹ ਫਿਲਟਰ ਤੇ ਪਾਣੀ ਭਰਨ ਗਿਆ ਤੇ ਅਜੇ ਪਾਣੀ ਭਰੇ ਨਹੀਂ ਸੀ, ਯਕਦਮ ਮਸਲਨ ਜਿਸ ਤਰ੍ਹਾਂ ਕੋਈ ਹਮਲਾ ਹੋ ਜਾਂਦਾ ਕਿਸੇ ਚੀਜ਼ ਦੇ ਉੱਤੇ। ਉਹ ਇਹ ਸੁਣਨ 'ਚ ਆਇਆ ਕਿ ਉਹ ਡਰਾਈਵਰ ਨੇ ਆ ਕੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਗੱਲ ਬਣ ਗਈ। ਦਹਿਸ਼ਤਗਰਦੀ ਜਿਵੇਂ ਸ਼ੁਰੂ ਹੋ ਜਾਂਦੀ ਆਪਸ ਵਿੱਚ ਦੋਵੇਂ ਗਰੁੱਪਾਂ ਦੇ ਵਿੱਚ ਥਰਾ ਠਾਠ ਦੀ ਆਵਾਜ਼ਾਂ ਸ਼ੁਰੂ ਹੋ ਗਈਆਂ। ਉਹਨੇ ਆਪਣੇ ਵਿਚਾਰੇ ਉਹ ਬੁਖਲਾ ਗਿਆ, ਉਹ ਡਰਦੇ ਮਰੇ ਜਨਾਬ ਸੀ ਜਿੱਧਰ ਭੱਜਿਆ। ਸਾਨੂੰ ਇਤਲਾਹ ਦਿੱਤੀ ਉਹਨੇ ਕਿ ਇਸ ਤਰ੍ਹਾਂ ਯਾਰ ਉਹ ਗੋਲੀ ਵੱਜ ਗਈ ਹੈ ਪੱਪੂ ਨੂੰ ਤੇ ਉਹ ਤੁਸੀਂ ਪਹੁੰਚੋ ਉੱਥੇ। ਜਦੋਂ ਅਸੀਂ ਪਹੁੰਚੇ ਹਾਂ ਤੇ ਇੱਕ ਮਤਲਬ ਜਵਾਨ ਨਡਰ ਬੰਦਾ ਕੋਈ ਉਹਨੂੰ ਪਾ ਕੇ ਰਕਸ਼ੇ 'ਚ ਆਪਣਾ ਲੈ ਗਿਆ ਉੱਥੇ। ਅੱਛਾ, ਹਸਪੀਟਲ ਲੈ ਗਿਆ? ਹਸਪੀਟਲ ਲੈ ਗਿਆ, ਨਵਾਜ਼ ਸ਼ਰੀਫ ਹਸਪਤਾਲ। ਉੱਥੇ ਜਦੋਂ ਪਹੁੰਚੇ ਆ ਉੱਥੇ ਟ੍ਰੀਟਮੈਂਟ ਨਹੀਂ ਪੂਰੀ ਹੋਈ। ਉਹ ਇਹ ਕਹਿੰਦੇ ਜੀ ਸਾਡਾ ਅਸੀਂ ਕੇਸ ਨਹੀਂ ਇਹ ਕਰ ਸਕਦੇ, ਇਹਨੂੰ ਲੈ ਜਾਓ ਮਿਊ ਹਸਪਤਾਲ। ਉਹਨਾਂ ਮਿਊ ਹਸਪੀਟਲ ਰੈਫਰ ਕਰ ਦਿੱਤਾ? ਰੈਫਰ ਕਰਤਾ ਮਿਊ ਹਸਪਤਾਲ। ਜਦੋਂ ਅਸੀਂ ਲੈ ਕੇ ਚੱਲੇ ਆ ਅੱਗੇ ਤੁਹਾਨੂੰ ਭਾਈ ਦੱਸਣਗੇ ਜਿਹੜੇ ਮਿਊ ਹਸਪਤਾਲ ਗਏ ਸੀ ਉਦੋਂ। ਅੱਛਾ ਖਲੀਲ ਸਾਹਿਬ, ਮੈਨੂੰ ਇਹ ਦੱਸੋ ਕਿ ਜਿਸ ਡਰਾਈਵਰ ਦੇ ਨਾਲ ਗਿਆ ਸੀ ਪੱਪੂ ਪਾਣੀ ਲੈਣ, ਉਹਨੇ ਜਦੋਂ ਆ ਕੇ ਦੱਸਿਆ ਉਹਨੇ ਕੀ ਦੱਸਿਆ ਸੀ ਕਿ ਪੱਪੂ ਤੇ ਸਿੱਧਾ ਅਟੈਕ ਕੀਤਾ ਜਾਂ ਫਿਰ ਉਹ ਗਰੁੱਪ ਆਪਸ ਦੇ ਵਿੱਚ ਆਪਸ ਵਿੱਚ ਕੋਈ ਉਹਨਾਂ ਦੀ ਫਾਇਰਿੰਗ ਹੋ ਰਹੀ ਸੀ ਨਾ ਪਤਾ ਲੱਗਣ ਡਿਆ ਸੀ ਕਿਹਨੂੰ ਗੋਲੀਆਂ ਵੱਜਣੀਆਂ ਕਿ ਗਰੁੱਪਾਂ ਆਪਸ ਵਿੱਚ ਲੜਾਈ ਹੋਈ ਉਹਨਾਂ ਦੀ। ਸਰ ਉੱਥੇ ਬੜਾ ਚੱਲਦਾ ਹੋਇਆ ਬਾਜ਼ਾਰ ਹੈ, ਬੜਾ ਰਸ਼ ਹੁੰਦਾ ਤੇ ਉੱਥੇ ਤੇ ਕਿੰਨੇ ਲੋਕ ਜ਼ਖਮੀ ਹੋਏ ਸੀ? ਮੈਂ ਕਹਿੰਦਾ ਕਿ ਉੱਥੇ ਕਾਫੀ ਜ਼ਖਮੀ ਹੋਏ ਨੇ ਜਿਹੜੇ ਆ ਕੇ ਦੱਸੇ ਉਹਨਾਂ ਨੇ ਤੇ ਬਾਅਦ 'ਚ ਸਾਨੂੰ ਪਤਾ ਲੱਗਿਆ ਕਿ ਇੰਨੇ ਬੱਚੇ ਜ਼ਖਮੀ ਹੋ ਗਏ। ਪੱਪੂ ਨੂੰ ਵੀ ਗੋਲੀ ਲੱਗ ਗਈ ਹੈ ਤੇ ਇੱਕ ਬੱਚੇ ਨੂੰ ਵੀ ਗੋਲੀ ਲੱਗੀ ਹੈ। ਪੱਪੂ ਨੂੰ ਕਿੰਨੀਆਂ ਗੋਲੀਆਂ ਲੱਗੀਆਂ? ਇੱਕ ਗੋਲੀ ਜਿਹੜੀ ਸੁਣਨ 'ਚ ਆਇਆ ਕਿ ਭਾਅ ਨੂੰ ਇੱਕ ਗੋਲੀ ਲੱਗੀ ਹੈ। ਅੱਛਾ, ਉਹਦੇ ਸੀਨੇ ਦੇ ਵਿੱਚ ਗੋਲੀ ਲੱਗੀ? ਗੋਲੀ ਉਹਦੀ ਬੱਖੀ 'ਚ ਇੱਥੇ ਕਰਕੇ ਲੱਗਦੇ ਇੱਥੇ ਕਰਕੇ ਗੋਲੀ ਲੱਗੀ ਸੀ। ਤੇ ਪੱਪੂ ਇੱਥੇ ਤੁਹਾਡੇ ਕੋਲ ਕਿੰਨੇ ਅਰਸੇ ਤੋਂ ਰਹਿ ਰਿਹਾ? ਮੇਰੇ ਸਮਝ ਗਿਆ ਉਹ ਮੇਰਾ ਮਤਲਬ ਪੇਟੀ ਭਰਾ ਵੀ ਹੈ, ਸਮਝ ਆਈ ਕਿ ਨਹੀਂ। ਉਹ ਮੇਰਾ ਉਸਤਾਦ ਵੀ ਹੈ ਤੇ ਮੇਰਾ ਉਹ ਜਨਾਬ ਪੀਰ ਭਾਈ ਵੀ ਹੈ। ਪੱਪੂ ਸ਼ਾਦੀशुदा ਸੀ? ਸ਼ਾਦੀशुदा ਨਹੀਂ ਸੀ, ਸ਼ਾਦੀ ਨਹੀਂ ਹੋਈ ਸੀ। ਮੇਰੇ ਕੋਲ ਹੀ ਰਹਿੰਦਾ ਹੁੰਦਾ ਸੀ ਬਸ। ਤੁਹਾਡੇ ਕੋਲ ਹੀ ਰਹਿੰਦਾ ਸੀ? ਮੇਰੇ ਕੋਲ ਹੀ ਜਨਾਬ। ਉਹ ਤਾਂ ਸਮਝ ਕੇ ਸਾਰੇ ਦਾ ਸਾਰਾ ਦਾਰੋਮਦਾਰ ਉਹਦੇ ਉੱਤੇ ਹੀ ਸੀ ਮੇਰਾ। ਯਾਨੀ ਕਿ ਤੁਹਾਡਾ ਕਾਰੋਬਾਰ ਪੱਪੂ ਨੇ ਸੰਭਾਲਿਆ ਸੀ? ਪੱਪੂ ਨੇ ਸੰਭਾਲਿਆ ਸੀ, ਕਾਰੋਬਾਰ ਸੰਭਾਲਿਆ ਸੀ। ਬਾਈ ਤੁਸੀਂ ਦੱਸੋ ਕਿ ਇਹ ਜਿਹੜੇ ਦੋ ਗਰੁੱਪ ਆਪਸ ਦੇ ਵਿੱਚ ਫਾਇਰਿੰਗ ਕਰਦੇ ਪਏ ਸੀ, ਜਿਨ੍ਹਾਂ ਦੀਆਂ ਗੋਲੀਆਂ ਪੱਪੂ ਨੂੰ ਵੀ ਲੱਗੀਆਂ, ਕੁਝ ਹੋਰ ਲੋਕਾਂ ਨੂੰ ਵੀ ਲੱਗੀਆਂ, ਇਹ ਗਰੁੱਪ ਕੌਣ ਹੈਗੇ ਨੇ ਤੇ ਇੱਥੇ ਕੋਈ ਇਹਨਾਂ ਨੂੰ ਰੋਕਣ ਵਾਲਾ नहीं है? जी सुनने में आया कि उमर नामी लड़का है कोई और दूसरी तरफ ईशान नामी लड़का है कोई। वो इनका आपस में तसादम हुआ है और मोहम्मदी मस्जिद है, मोहम्मदी मस्जिद के बाहर फ़िल्टर लगा हुआ है। फ़िल्टर वाली वो गली है, गली एक गली के इस कॉर्नर पे था, एक गली के उस कॉर्नर पे था। दोनों आपस में क्रॉस फायरिंग करना शुरू हो गए हैं। क्रॉस फायरिंग की जद में जो लोग पानी भर रहे थे उनको आपस में कुछ भी नहीं हुआ, जिनकी जो फायरिंग कर रहे हैं। जो बेगुनाह लोग वहाँ पे पानी भर रहे हैं, वहाँ पे एक बर्गर की दुकान है, नुमान बर्गर बहुत मशहूर, वहाँ पे कुछ लोग बर्गर ले रहे हैं। एक छोटी सी बच्ची है, छोटा बच्चा भी है, वो भी पानी भरने आया हुआ है। ये वो इनका निशाना बन गए हैं और ख़ुद ये भाग गए हैं। अच्छा, ये जो आपने दो नाम बताए ना, उमर और ज़िशान, ये क्या करते हैं और क्यों ये एक दूसरे पर गोलियां चला रहे थे?
ये मैं इनका लड़ाई का नहीं जानता क्योंकि हमारी कभी किसी के साथ कोई लड़ाई नहीं हुई। ये जो पप्पू उर्फ मुनीर अहमद उर्फ पप्पू हैं, ये हमारे हमसाए भी हैं, दोस्त भी हैं, बहुत करीबी हैं। हम यहाँ पे आते थे, ये स्टैंड है, यहाँ पे वो रहते थे। हमारा उनके साथ बड़ा अच्छा इखलाक था, उनका बहुत अच्छा इखलाक था हमारे साथ। उनका कोई किसी के साथ कोई लड़ाई नहीं थी, कोई झगड़ा नहीं था। ये तो वहाँ पे रोज़ाना की रूटीन की तरह पानी भरने गए हैं वहाँ पे, तो ये हादसा पेश आ गया। ਇਹ ਤੁਸੀਂ ਮੈਨੂੰ ਵੱਡੇ ਹੋਇਆ ਦੱਸੋ ਕਿ ਇਹ ਜਿਹੜੀ ਫਾਇਰਿੰਗ ਸਰੇਆਮ ਔਰ ਇੱਕ ਦੂਸਰੇ ਤੇ ਖੁੱਲਮ ਖੁੱਲਾ ਫਾਇਰਿੰਗ ਦੇ ਜਿਹੜਾ ਵਾਕਿਆਤ ਹੁੰਦੇ ਰਹਿੰਦੇ ਨੇ ਸ਼ਾਦਰਾ ਦੇ ਵਿੱਚ, ਤੇ ਕੋਈ ਰੋਕਦਾ ਨਹੀਂ ਇਹਦੇ ਤੇ, ਕੋਈ ਇਹਨਾਂ ਨੂੰ ਕੋਈ ਗ੍ਰਿਫਤਾਰ ਨਹੀਂ ਕਰਦਾ? ਤੇ ਜੇ ਅਗਰ ਮਸਲ ਗ੍ਰਿਫਤਾਰ ਜਾਂ ਐਕਸ਼ਨ ਲਿਆ ਹੁੰਦਾ ਪਹਿਲੇ ਤੇ ਇਹ ਨੌਬਤ ਨਹੀਂ ਆਣੀ ਸੀ, ਇਹ ਬੱਚੇ ਜ਼ਖਮੀ ਨਾ ਹੁੰਦੇ, ਉਹ ਸਾਡਾ ਪੱਪੂ ਨਾ ਜਾਂਦਾ। ਐਕਸ਼ਨ ਹੀ ਲਿਆ ਗਿਆ, ਪਤਾ ਨਹੀਂ ਕਿੰਨੇ ਮਾਵਾਂ ਦੇ ਪੱਪੂ ਚਲੇ ਗਏ ਨੇ। ਐਕਸ਼ਨ ਹੀ ਲਿਆ, ਕਿੰਨੇ ਮਾਵਾਂ ਦੇ ਪੱਪੂ ਚਲੇ ਗਏ ਨੇ ਤੇ ਸ਼ਦਰੇ 'ਚ। ਤੁਸੀਂ ਹੁਣ ਵਜ਼ੀਰ ਆਲਾ ਪੰਜਾਬ ਨੂੰ ਤੇ ਆਈਜੀ ਪੰਜਾਬ ਸਾਹਿਬ ਨੂੰ ਕੀ ਮੁਤਾਲਬਾ ਕਰੋਗੇ? ਮੁਤਾਲਬਾ ਇਹ ਕਰਨਾ ਕਿ ਜਿਹੜਾ ਜਰਾਇਮ ਹੈ ਉਹ ਖਤਮ ਕਰੋ, ਜਿਹੜੇ ਮਸਲ ਤੇ ਸਹੂਲਤ ਮਿਲਣੀ ਚਾਹੀਦੀ, ਹਰ ਚੀਜ਼ ਦਾ ਸਕੂਨ ਹੋਣਾ ਚਾਹੀਦਾ। ਹੁਣ ਹਰ ਗਲੀ 'ਚ ਜਾਂ ਘਰ ਦੇ ਵਿੱਚ ਅਗਰ ਗੰਨਾ ਹੋਈ ਜਾਂ ਪਿਸਟਲ ਹੋਏ, ਉਹ ਤਾਂ ਫਿਰ ਜਨਾਬ ਸਹੀ ਨਾ ਕੋਈ ਬਾਹਰ ਨਿਕਲ ਸਕਦਾ ਨਾ ਕੋਈ, ਨਹੀਂ ਤਾਂ ਦਹਿਸ਼ਤਗਰਦੀ ਫੈਲ ਜਾਣੀ ਸਾਰੇ ਛਤਰੇ 'ਚ। ਇਸ ਵਾਕਿਏ ਤੋਂ ਬਾਅਦ ਪੁਲਿਸ ਨੇ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਕੀਤਾ ਜੀ? ਨਹੀਂ, ਉਹ ਉਸ ਚੀਜ਼ ਦਾ ਮੈਨੂੰ ਕੋਈ ਇਲਮ ਨਹੀਂ ਹੈ ਕਿ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ, ਉਹ ਮੈਨੂੰ ਕੋਈ ਇਲਮ ਨਹੀਂ। ਹਾਂ, ਉਹਦਾ ਨਹੀਂ ਅਜੇ ਕੋਈ ਐਕਸ਼ਨ ਲਿਆ ਜਾਂ ਉਹਨਾਂ ਨੇ ਲਿਆ ਕਿ ਨਹੀਂ ਲਿਆ, ਮੈਨੂੰ ਕੋਈ ਇਲਮ ਨਹੀਂ ਉਹਦਾ। ਬਈ ਤੁਸੀਂ ਮੈਨੂੰ ਦੱਸੋ ਕਿ ਪੱਪੂ ਕਿਵੇਂ ਦਾ ਇਨਸਾਨ ਸੀ ਤੇ ਉਹਦੇ ਨਾਲ ਇਹ ਜਿਹੜਾ ਵਾਕਿਆ ਹੋਇਆ, ਉਹਨੂੰ ਫਾਇਰ ਮਾਰ ਕੇ ਕਤਲ ਕਰ ਦਿੱਤਾ ਹੈ, ਇਹਦੇ ਤੇ ਤੁਸੀਂ ਕੀ ਕਹੋਗੇ? ਪੱਪੂ ਬਹੁਤ ਅੱਛਾ ਇਨਸਾਨ ਸੀ, ਬਹੁਤ ਅੱਛਾ, ਠੀਕ ਹੈ ਨਾ। ਤੇ ਅਖਲਾਕ ਦਾ ਵੀ ਬਹੁਤ ਅੱਛਾ ਸੀ, ਸਰਕਾਰ ਦੇ ਨਕਸ਼ੇ ਕਦਮ ਤੇ ਚੱਲੇ ਸੀ ਅਖਲਾਕ ਦੇ। ਅੱਛਾ, ਇੰਨਾ ਚੰਗਾ ਸੀ? ਇੰਨਾ ਚੰਗਾ ਸੀ ਕਿ ਧੀਆਂ ਭੈਣਾਂ ਸਭ ਉਹਦੇ ਹਯਾ ਕਰਦੀਆਂ ਸੀ ਤੇ ਉਹ ਵੀ ਕਰਦਾ ਸੀ, ਤੇ ਸਭ ਉਹਦੇ ਲਈ ਰੋ ਰਹੀਆਂ ਨੇ ਅਜੇ ਵੀ, ਕਿ ਅਜੇ ਤੱਕ ਕਿਸੇ ਨੇ ਕੋਈ ਕਦਮ ਨਹੀਂ ਚੁੱਕਿਆ, ਨਾ ਵਜ਼ੀਰ ਆਲਾ ਪੰਜਾਬ ਨੇ ਚੁੱਕਿਆ, ਨਾ ਐਸਪੀ ਸਿਟੀ ਕਿਸੇ ਨੇ ਕੋਈ ਕਦਮ ਚੁੱਕਿਆ ਅਜੇ ਤੱਕ, ਤੇ ਨਾ ਕੋਈ ਹਜੇ ਤੱਕ ਫੜਿਆ ਗਿਆ। ਪੱਪੂ ਦਾ ਕੋਈ ਕਾਤਲ ਨਹੀਂ ਅਜੇ ਤੱਕ ਫੜਿਆ ਗਿਆ? ਕੋਈ ਨਹੀਂ ਫੜਿਆ ਗਿਆ, ਨਾ ਸਾਨੂੰ ਪਤਾ ਉਹਦਾ ਕਾਤਲ ਕੌਣ ਹੈਗਾ, ਇਹ ਵੀ ਨਹੀਂ ਸਾਨੂੰ ਪਤਾ। ਉਹ ਵਿਚਾਰੇ ਉੱਥੇ ਪਾਣੀ ਭਰਨ ਜਾਂਦੇ ਨੇ, ਕਰਬਲਾ ਬਣਾ ਲੈਂਦੇ ਨੇ, ਯਜ਼ੀਦ ਬਣ ਕੇ ਫਾਇਰਿੰਗ ਕਰਦੇ ਨੇ ਆਪਸ ਦੇ ਵਿੱਚ। ਆਏ ਦਿਨ ਇਹਨਾਂ ਨੇ ਕੀਤਾ ਹੁੰਦਾ, ਹੁਣ ਵੀ ਇਹੀ ਕਰਬਲਾ ਵਾਲਾ ਕੰਮ ਹੋਇਆ। ਮੇਰਾ ਕੌਣ ਲੋਕ ਨੇ ਜਿਹੜੇ ਆਪਸ ਵਿੱਚ ਫਾਇਰਿੰਗ ਕਰਦੇ ਹੈਗੇ ਨੇ? ਇਹਦਾ ਸਾਨੂੰ ਨਹੀਂ ਪਤਾ ਹੈਗਾ ਕੌਣ ਹੈਗਾ। ਅਸੀਂ ਤਾਂ ਇੱਥੇ ਆਪਣੇ ਮਹੱਲੇ 'ਚ ਬੈਠੇ ਹਾਂ, ਉਹ ਚੌਥਾ ਮਹੱਲਾ, ਸਿਰਫ ਉੱਥੇ ਫਿਲਟਰ ਲੱਗਾ ਸਾਫ਼ ਪਾਣੀ ਦਾ, ਤੇ ਡਰਾਈਵਰਾਂ ਅਸੀਂ ਭਰਾ ਪਾਣੀ ਲੈਣ ਗਿਆ ਸੀ ਟੈਂਕੀ ਲੈ ਕੇ, ਕਿ ਡਰਾਈਵਰ ਪਿਆਸੇ ਆਉਂਦੇ ਨੇ ਪਾਣੀ ਪੀ ਕੇ ਜਾਣਗੇ, ਠੀਕ ਹੈ। ਮਰਨ ਤੋਂ ਪਹਿਲੇ 10 ਦਿਨ ਪਹਿਲੇ ਲੱਖ ਰੁਪਏ ਦਾ ਫਰਿੱਜ ਲਿਆਇਆ, ਅੰਦਰ ਰੱਖਿਆ, ਕਹਿੰਦਾ ਠੰਡਾ ਪਾਣੀ ਦਿਆ ਕਰਾਂਗੇ ਬਰਫ਼ ਵਿੱਚ ਪਾ ਕੇ, ਠੀਕ। ਤੁਸੀਂ ਹੁਣ ਕੀ ਕਹੋਗੇ ਵਜ਼ੀਰ ਆਲਾ ਪੰਜਾਬ ਨੂੰ ਤੇ ਆਈਜੀ ਪੰਜਾਬ ਸਾਹਿਬ ਨੂੰ, ਜਿਨ੍ਹਾਂ ਦਾ ਕੰਮ ਹੈਗਾ ਕਿ ਇਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਗ੍ਰਿਫਤਾਰ ਕਰਨਾ, ਸਜ਼ਾ ਦੇਣਾ? ਉਹ ਉਹਨਾਂ ਨੂੰ ਚਾਹੀਦਾ ਇਹਦਾ ਐਕਸ਼ਨ ਲੈਣ ਸਖਤ ਤੋਂ ਸਖਤ, ਇਹਨਾਂ ਤੋਂ ਅੰਦਰ ਕਰਾਉਣ, ਇਹਨਾਂ ਨੂੰ ਜੇਲ੍ਹਾਂ ਭੇਜਣ, ਇਹਨਾਂ ਨੂੰ ਨਸੀਹਤ ਕਰਾਉਣ, ਇਬਰਤ ਦਾ ਨਿਸ਼ਾਨ ਬਣਾਉਣ, ਤਾਂ ਕਿ ਇੱਥੇ ਕੋਈ ਵੀ ਪਾਣੀ ਦੇ ਉੱਤੇ ਫਾਇਰਿੰਗ ਨਾ ਕਰੇ, ਕੋਈ ਵੀ ਕਰਬਲਾ ਦਾ ਮੈਦਾਨ ਨਾ ਬਣਾਉਣ ਇੱਥੇ ਜਿਹੜਾ ਇਹਨਾਂ ਨੇ ਬਣਾਇਆ।